सत श्री अकाल जी। तुसीं प्राइम मिनिस्टर टैलीविजन देख रहे हो। मैं हाँ स्वर्ण सिंह टैणा। तो दोस्तों, हर रोज़ की तरह ही प्रोग्राम खबर की खबर पेश करने का वेला हो चलिया। पहली वड्डी खबर के वाले जाण तो पहलां पंजाब के मौसम की हाल बयानी। अज पंजाब दे विच आम नालों थोड़ी जी तपश वध सी ते जदों मींह पै जांदा उस तो बाद धरती दे विचों भड़ास जी निकलदी है ते अज उहो जी स्थिति सी। मौसम विभाग ने भविष्यवाणी की है कि आउंदे 24 घंटे दे विच मौसम खुश्क रहना, यानी कि मींह कणी की कोई संभावना नहीं ते तपश थोड़ी जी होर भी वध सकदी है। हुण जेकर पहली वड्डी खबर के वाले जाण तो पहलां एक होर जानकारी साझी करनी होवे, 1900 तो वध केस अज फिर पंजाब दे विच आ गए आ ते 60 तो वध अज पंजाब दे विच होर मौतां होईयां, यानी कि लगभग 2000 मौतां इस वक्त पंजाब दे विच कुल कोरोना दे करके हो चुकीआं ते पंजाब दे विच केसां दी वधदी होई गिणती फिकरां दे विच पा रही है। पूरे भारत दे विच जिस तरीके नाल कोरोना दे केस वध रहे आ ते 7 दिन दे विच जिस तरीके नाल पंजाब दे विच ते भारत दे विच कोरोना दे केसां 'च वाधा होया, ये सच्ची मुच्ची फिकर वाली गल तां हैगी है, पर सोचण समझण विचारन ते निवारण वाली गल भी है जेकर साडीआं सरकारां इहदे वल फिक्रमंदी ज़ाहिर करन तां। ते हुण जिहड़ी पहली वड्डी खबर है वो है सुमेध सैनी की जमानत की अर्जी दे नाल जुड़ी हुई। सुमेध सैनी कित्थे लुकिया? सुमेध सैनी किहदे फार्म हाउस दे विच है? कि वो दिल्ली के किसी रसूखदार परिवार के घर दे विच लुकिया होया? कि पंजाब दी पुलिस जिहदे वल्लों Z सिक्योरिटी यानी कि पंजाब सरकार दे वल्लों दित्ती गई ते वो झकानी दे के ते कल्ला भेस बदल के ते इदां लुक सकदा है? कि पंजाब पुलिस ने सच्ची मुच्ची 7 टीमां बनाईआं होईआं सुमेध सैनी नूं लभण दे लई? कि सच्ची मुच्ची एक टीम हिमाचल प्रदेश दे विच छापेमारी कर रही है, दूजी हरियाणे दे विच, तीजी यूपी दे विच, चौथी दिल्ली दे विच, फिर पंजाब दे वख-वख हिस्सिਆਂ ਦੇ ਵਿੱਚ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ कि इन्नियां छापेमारियां करने के बावजूद ते जेकर सच्चे दिलों छापेमारियां कीतियां जा रहीआं तां इहो जी गिद्दड़ सिंगी सुमेध सैनी दे कोले हैगी आ कि वो लभदा नहीं। ਇਹਦੇ ਪਿੱਛੇ ਵਜ੍ਹਾ ਕੀ ਹੈ? ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਹੈ ਕਿ ਸੁਮੇਧ ਸੈਣੀ ਨੂੰ ਪੁਲਿਸ ਦੀ ਸਿਕਿਉਰਿਟੀ ਮਿਲੀ ਹੋਈ ਤੇ ਪੁਲਿਸ ਹੀ ਉਹਨੂੰ ਲੱਭ ਰਹੀ ਹੈ ਤੇ ਪੁਲਿਸ ਨੂੰ ਹੀ ਲੱਭ ਨਹੀਂ ਰਿਹਾ ਤੇ ਇਹਦੇ ਵਿੱਚ ਪੁਲਿਸ ਦੀ ਕਿਹੜੀ ਕਾਬਲੀਅਤ ਹੋਈ? ਯਾਨੀ ਕਿ ਸੁਮੇਧ ਸੈਣੀ ਪੰਜਾਬ ਦਾ ਸਾਬਕਾ ਡੀਜੀਪੀ ਹੈ। ਡੀਜੀਪੀ ਇਸ ਵਕਤ ਇਸ ਕਰਕੇ ਲੁਕਿਆ ਹੋਇਆ ਕਿਉਂਕਿ ਉਹਨੂੰ ਆਸ ਨਜ਼ਰ ਆ ਰਹੀ ਸੀ ਕਿ ਮੈਨੂੰ ਸ਼ਾਇਦ ਹਾਈ ਕੋਰਟ ਦੇ ਵੱਲੋਂ ਅਗਾਊਂ ਜ਼ਮਾਨਤ ਮਿਲ ਜਾਵੇ, ਪਰ ਅੱਜ ਉਹਦੀ ਆਸ ਦੇ ਉੱਤੇ ਕਾਂਟਾ ਫਿਰ ਗਿਆ। ਉਹਦਾ ਕਾਰਨ ਇਹ ਹੈ ਕਿ ਅੱਜ ਮਾਣਯੋਗ ਹਾਈ ਕੋਰਟ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ ਤੇ ਹਾਈ ਕੋਰਟ ਦੇ ਵੱਲੋਂ ਅਗਾਊਂ ਜ਼ਮਾਨਤ ਦੇਣ ਤੋਂ ਉੱਕਾ ਹੀ ਇਨਕਾਰ ਕਰ ਦਿੱਤਾ ਗਿਆ, ਨਾ ਕਰ ਦਿੱਤੀ ਗਈ ਹੈ। ਹੁਣ ਸੁਮੇਧ ਸੈਣੀ ਕੀ ਕਰੋ? ਦੋ ਗੱਲਾਂ ਨੇ, ਇੱਕ ਤਾਂ ਇਹ ਹੈ ਕਿ ਉਹ ਪੰਜਾਬ ਪੁਲਿਸ ਦੇ ਮੂਹਰੇ ਸਰੈਂਡਰ ਕਰ ਦੇਵੇ ਤੇ ਦੂਜੀ ਇਹ ਉਹਦੇ ਕੋਲੇ ਹੱਕ ਆ, ਉਹਦਾ ਅਧਿਕਾਰ ਹੈ ਕਿ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇ। ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਕਿ ਹੁਣ ਉਹ ਨਿਰਾਸ਼ਾ ਦੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਊ। ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਕਿ ਸੁਮੇਧ ਸੈਣੀ ਨੇ ਇੱਕਦਮ ਪੁਲਿਸ ਦੇ ਮੂਹਰੇ ਪ੍ਰਗਟ ਨਹੀਂ ਹੋਣਾ। ਜੇ ਉਹ ਅੱਜ ਪੁਲਿਸ ਦੇ ਮੂਹਰੇ ਮੰਨ ਲਓ ਪ੍ਰਗਟ ਹੋ ਜਾਂਦਾ ਤੇ ਜੇਕਰ ਪੰਜਾਬ ਪੁਲਿਸ ਦੇ ਮੂਹਰੇ ਸਵਾਲ ਖੜਾ ਹੁੰਦਾ ਵੀ ਭਾਈ ਤੁਹਾਨੂੰ ਕਿਉਂ ਨਹੀਂ ਲੱਭਿਆ, ਤੁਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਅਸੀਂ ਅਸਮਾਨ ਦੇ ਵਿੱਚੋਂ ਵੀ ਚੀਜ਼ ਲਾ ਲੈਂਦੇ ਆ, ਅਸੀਂ ਤਾਂ ਪਤਾਲ ਦੇ ਵਿੱਚੋਂ ਵੀ ਬੰਦਾ ਕੱਢ ਲੈਂਦੇ ਆ, ਤਾਂ ਸੈਣੀ ਪਤਾਲ ਦੇ ਵਿੱਚ ਸੀ ਕਿ ਅਸਮਾਨ ਦੇ ਵਿੱਚ ਸੀ? ਇਹਦੇ ਬਾਬਤ ਜਾਣਕਾਰੀ ਦਿਓ। ਸੋ ਪੁਲਿਸ ਦਾ ਕਿਰਦਾਰ ਆ ਜਿਹੜਾ ਉਹ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਹੈ। ਸੁਮੇਧ ਸੈਣੀ ਲੁਕਿਆ ਕਿੱਥੇ ਆ ਇਹਦੇ ਬਾਬਤ ਤਾਂ ਸਾਨੂੰ ਕੁਝ ਪਤਾ ਨਹੀਂ, ਪਰ ਜੇਕਰ ਲੱਭਣਾ ਹੋਵੇ ਤਾਂ ਕੰਮ ਔਖਾ ਨਹੀਂ। ਇਹਦੇ ਬਾਬਤ ਚੌਂ ਪਾਸੇ ਚਰਚਾ ਛਿੜ ਰਹੀ ਹੈ। ਕੁਝ ਲੋਕਾਂ ਦਾ ਇਹ ਕਹਿਣਾ ਕਿ ਕੇਂਦਰ ਦੇ ਵੱਲੋਂ ਸੁਮੇਧ ਸੈਣੀ ਨੂੰ ਬਚਾਇਆ ਜਾ ਰਿਹਾ, ਇਸੇ ਕਰਕੇ ਦਿੱਲੀ ਦੇ ਵਿੱਚ ਉਹਨੂੰ ਲੁਕੋਇਆ ਗਿਆ। ਕਿਸੇ ਦਾ ਕੋਈ ਤੇ ਕਿਸੇ ਦਾ ਕੁਝ ਕਹਿਣਾ, ਯਾਨੀ ਕਿ ਇਹ ਮਾਮਲਾ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆਉਂਦਾ। ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਕਾਂਟਾ ਫੇਰਨ ਤੋਂ ਬਾਅਦ ਸਵਾਲ ਬਹੁਤ ਸਾਰੇ ਖੜੇ ਹੋਏ ਆ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬਲਵੰਤ ਸਿੰਘ ਮੁਲਤਾਨੀ ਮਾਮਲੇ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਤੇ ਕੇਸ ਨੂੰ CBI ਨੂੰ ਦਿੱਤੇ ਜਾਣ ਦੀ ਮੰਗ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਦੇ ਵਿੱਚ ਸਰਕਾਰ ਨੇ ਦੱਸਿਆ ਕਿ ਕਈ ਤੱਥਾਂ ਦੇ ਸੁਰਾਗ ਲਈ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਸਰਕਾਰ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਤੇ ਸੈਣੀ ਬਾਰੇ ਕੁਝ ਹੋਰ ਗੰਭੀਰ ਮਾਮਲਿਆਂ ਬਾਰੇ ਵੀ ਅਦਾਲਤ ਨੂੰ ਜਾਣੂ ਕਰਵਾਇਆ। SIT ਸੈਣੀ ਦੀ ਭਾਲ ਵਾਸਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਸੈਣੀ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਕਰ ਸਕਦੀ ਹੈ। ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਅਗਾਊਂ ਜ਼ਮਾਨਤ ਦੇ ਲਈ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ। ਸੈਣੀ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਦੇ ਵਿੱਚ ਅਰਜ਼ੀ ਦਾਇਰ ਕਰਕੇ ਮੋਹਾਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਬੀਤੇ ਦਿਨੀ ਜ਼ਿਲ੍ਹਾ ਅਦਾਲਤ ਨੇ ਸਾਬਕਾ ਡੀਜੀਪੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। 6 ਮਈ ਨੂੰ ਸਾਬਕਾ ਡੀਜੀਪੀ ਸੁਮੇਧ ਸੈਣੀ, UT ਪੁਲਿਸ ਦੇ ਸੇਵਾ ਮੁਕਤ SP ਬਲਦੇਵ ਸਿੰਘ, ਮਰਹੂਮ DSP ਸਤਵੀਰ ਸਿੰਘ, ਰਿਟਾਇਰਡ ਇੰਸਪੈਕਟਰ ਹਰਸ ਸਹਾਏ, ਅਨੋਖ ਸਿੰਘ, ਜਗੀਰ ਸਿੰਘ ਤੇ ਹੋਰਨਾਂ ਦੇ ਖਿਲਾਫ ਮਟੌਰ ਥਾਣੇ ਦੇ ਵਿੱਚ ਅਗਵਾ ਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਉਹ ਮਾਮਲਾ ਹੈ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ SSP ਸੀ। ਮੁਲਤਾਨੀ ਨੂੰ ਚੰਡੀਗੜ੍ਹ ਦੇ ਵਿੱਚ ਸੁਮੇਧ ਸੈਣੀ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੜਿਆ ਗਿਆ ਸੀ। ਹਮਲੇ ਦੇ ਵਿੱਚ ਸੈਣੀ ਦੀ ਸੁਰੱਖਿਆ ਕਰ ਰਹੇ 4 ਪੁਲਿਸ ਮੁਲਾਜ਼ਮ ਮਾਰੇ ਗਏ। ਇਹ ਇਲਜ਼ਾਮ ਲਾਇਆ ਜਾਂਦਾ ਸੀ ਕਿ ਮੁਲਤਾਨੀ ਨੂੰ 1991 ਵਿੱਚ ਸੈਣੀ ਦੀ ਹੱਤਿਆ ਦੀ ਕੋਸ਼ਿਸ਼ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਬਲਵੰਤ ਸਿੰਘ ਨੂੰ ਜੇਲ੍ਹ ਦੇ ਵਿੱਚ ਤਸੀਹੇ ਦਿੱਤੇ ਗਏ।
ਫਿਰ ਦੱਸਿਆ ਗਿਆ ਕਿ ਬਲਵੰਤ ਗ੍ਰਿਫਤਾਰੀ ਤੋਂ ਬਚ ਨਿਕਲਿਆ ਸੀ। ਰਿਸ਼ਤੇਦਾਰਾਂ ਨੇ ਕਿਹਾ ਕਿ ਬਲਵੰਤ ਦੀ ਮੌਤ ਪੁਲਿਸ ਤਸ਼ੱਦਦ ਕਰਕੇ ਹੋਈ। ਸਾਲ 2008 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ CBI ਨੇ ਇਸ ਮਾਮਲੇ ਵਿੱਚ ਪ੍ਰੀ ਸੈਕੰਡਰੀ ਜਾਂਚ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ CBI ਨੇ ਸਾਲ 2008 ਵਿੱਚ ਸੈਣੀ ਦੇ ਖਿਲਾਫ ਕੇਸ ਦਰਜ ਕੀਤਾ, ਜਿਸ ਤੋਂ ਬਾਅਦ DGP ਸੁਮੇਧ ਸੈਣੀ, UT ਪੁਲਿਸ ਦੇ ਸੇਵਾ ਮੁਕਤ SP ਬਲਦੇਵ ਸਿੰਘ, DSP ਸਤਵੀਰ ਸਿੰਘ, ਰਿਟਾਇਰਡ ਇੰਸਪੈਕਟਰ ਹਰਸਹਾਏ, ਅਨੋਖ ਸਿੰਘ, ਜਗੀਰ ਸਿੰਘ ਤੇ ਹੋਰਨਾਂ ਦੇ ਖਿਲਾਫ 6 ਮਈ ਨੂੰ ਮਟੌਰ ਥਾਣੇ ਦੇ ਵਿੱਚ ਅਗਵਾ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਉਸ ਤੋਂ ਬਾਅਦ ਨਵੇਂ ਤੱਥਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ ਪਿਛਲੇ ਮਹੀਨੇ 7 ਮਈ ਨੂੰ ਸੈਣੀ ਖਿਲਾਫ IPC ਦੀ ਧਾਰਾ 364 ਯਾਨੀ ਕਿ ਅਗਵਾ ਜਾਂ ਕਤਲ ਦੇ ਲਈ ਅਗਵਾ, 201 ਯਾਨੀ ਕਿ ਸਬੂਤਾਂ ਨੂੰ ਮਿਟਾਉਣ ਕਰਕੇ ਤੇ 344 ਯਾਨੀ ਕਿ ਗਲਤ ਤਰੀਕੇ ਨਾਲ ਕੈਦ ਰੱਖਣਾ, 330 ਤੇ 120 ਯਾਨੀ ਕਿ ਅਪਰਾਧਿਕ ਸਾਜ਼ਿਸ਼ ਰਚਣ ਦੇ ਕੇਸ ਦਰਜ ਕੀਤੇ ਗਏ ਸਨ ਤੇ ਉਸ ਤੋਂ ਬਾਅਦ ਸੈਣੀ ਦੇ ਖਿਲਾਫ ਧਾਰਾ 302 ਵੀ ਜੋੜ ਦਿੱਤੀ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਹੋਣੀ ਆ ਜਾਂ ਨਹੀਂ ਹੋਣੀ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਸੀ। ਪਰ ਜਦੋਂ ਅੱਜ ਉਹਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਕਾਂਟਾ ਫੇਰ ਦਿੱਤਾ ਤਾਂ ਉਸ ਤੋਂ ਬਾਅਦ ਸਵਾਲ ਉੱਡੇ ਦਾ ਉੱਡਾ ਰਹਿ ਗਿਆ ਕਿ ਹੁਣ ਸੈਣੀ ਦਾ ਕੀ ਬਣੂਗਾ। ਕੀ ਸੈਣੀ ਨੂੰ ਗ੍ਰਿਫਤਾਰ ਕਰਕੇ ਦਿਖਾਇਆ ਜਾਊਗਾ? ਕੀ ਸੈਣੀ ਦੇ ਬਾਬਤ ਇਹ ਪੇਸ਼ ਕਰੀ ਆਊਗੀ ਕਿ ਉਹਨੇ ਸਰੈਂਡਰ ਕਰ ਦਿੱਤਾ ਹੈ? ਤੇ ਕੀ ਹੁਣ ਸੈਣੀ ਆਪਣੇ ਵਕੀਲ ਦੇ ਰਾਹੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਊਗਾ? ਸਵਾਲ ਜਿਵੇਂ ਪਹਿਲਾਂ ਸੀ ਪਿਛਲੇ ਹਫ਼ਤੇ ਤੇ ਉਸੇ ਤਰੀਕੇ ਦੇ ਨਾਲ ਅੱਜ ਵੀ ਉੱਡੇ ਦਾ ਉੱਡਾ ਖੜਾ। ਪਰ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਵਲਵਿੰਗ ਦੇ ਵਿੱਚ ਪਿਆ ਤੇ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਬਾਬਤ ਕਨਸੂਆਂ ਪ੍ਰਾਪਤ ਹੋ ਰਹੀਆਂ, ਇਹ ਪੰਜਾਬ ਪੁਲਿਸ ਦੇ ਲਈ ਵੀ ਚੰਗਾ ਨਹੀਂ। ਉਹਦਾ ਕਾਰਨ ਇਹ ਹੈ ਕਿ ਕੋਈ ਵੇਲਾ ਸੀ ਕਿ ਜਦੋਂ ਸੁਮੇਧ ਸੈਣੀ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਸੀ ਹਿਲਦਾ। ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਸਾਹਮਣੇ ਆ ਕੇ ਇਹ ਗੱਲ ਕਹੀ ਹੈ ਕਿ ਸਾਡੇ ਪਰਿਵਾਰ ਦੇ ਉੱਤੇ ਵੀ ਸੈਣੀ ਨੇ ਤਸ਼ੱਦਦ ਕਰਵਾਇਆ, ਸਾਡੇ ਦੇ ਉੱਤੇ ਵੀ ਕਰਵਾਇਆ, ਸਾਡੇ ਦੇ ਉੱਤੇ ਵੀ ਕਰਵਾਇਆ। ਜਿਹੜੇ ਦੋਸ਼ ਲੱਗ ਰਹੇ ਸੈਣੀ ਦੇ ਉੱਤੇ ਉਹ ਕੋਈ ਛੋਟੇ ਨਹੀਂ ਆ। ਹਾਲਾਂਕਿ ਸੈਣੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਬਲਵੰਤ ਸਿੰਘ ਮੁਲਤਾਨੀ ਦਾ 29 ਸਾਲ ਪੁਰਾਣਾ ਮਾਮਲਾ ਹੈਗਾ, ਇਸ ਮਾਮਲੇ ਦੇ ਵਿੱਚ ਜਾਣਬੁੱਝ ਕੇ ਮੇਰੇ ਖਿਲਾਫ ਸਾਜ਼ਿਸ਼ ਘੜੀ ਗਈ ਹੈ। ਜਦੋਂ ਅਦਾਲਤ ਦੇ ਵੱਲੋਂ ਕੇਸ ਨੂੰ ਰੱਦ ਕਰ ਦਿੱਤਾ ਗਿਆ ਸੀ ਤਾਂ ਦੁਬਾਰਾ ਫਿਰ 29 ਸਾਲਾਂ ਬਾਅਦ ਕਿਉਂ ਛੇੜਿਆ ਗਿਆ? ਪਰ ਇਸ ਮਾਮਲੇ ਦੇ ਵਿੱਚ ਸੈਣੀ ਦਾ ਭੱਜਣਾ, ਉਹਦਾ ਭਗੌੜਾ ਹੋਣਾ ਜਾਂ ਉਹਨੂੰ ਲੁਕੋ ਦੇਣਾ ਜਾਂ ਉਹਦਾ ਲੁਕ ਜਾਣਾ, ਬਹੁਤ ਵੱਡੇ ਭੇਤ ਆ ਜਿਹੜੇ ਉਹ ਅੰਦਰ ਖਾਤੇ ਕਈ ਤਰ੍ਹਾਂ ਦੇ ਵਲਵਿੰਗ ਕੱਟਣ ਵਾਲੀ ਗੱਲ ਹੈਗੀ ਹੈ। ਸੋ ਸੁਮੇਧ ਸੈਣੀ ਦਾ ਭਵਿੱਖ ਕੀ ਹੋਊਗਾ ਇਹ ਵਕਤ ਨੇ ਬਿਆਨ ਕਰਨਾ। ਪਰ ਉਮਰ ਦੇ ਇਸ ਮੋੜ ਦੇ ਉੱਤੇ ਜਿਸ ਤਰੀਕੇ ਨਾਲ ਬਦਨਾਮੀ ਵਾਲੀਆਂ ਖਬਰਾਂ ਪ੍ਰਾਪਤ ਹੋ ਰਹੀਆਂ, ਜਿਸ ਤਰੀਕੇ ਦੇ ਨਾਲ ਸੁਮੇਧ ਸੈਣੀ ਦੀ ਧਰਮ ਪਤਨੀ ਦੇ ਵੱਲੋਂ ਪਿਛਲੇ ਦਿਨੀ DGP ਦਿਨਕਰ ਗੁਪਤਾ ਨੂੰ ਇੱਕ ਪੱਤਰ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਸਾਡੇ ਪਰਿਵਾਰ ਦੀ ਜ਼ਿੰਦਗੀ ਨੂੰ ਖਤਰਾ ਕਿਉਂਕਿ ਸਾਡੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ, ਤਾਂ ਅੱਗੋਂ ਇਹ ਉੱਤਰ ਦਿੱਤਾ ਗਿਆ ਸੀ ਕਿ ਇੱਕ ਵੀ ਪੁਲਿਸ ਕਰਮਚਾਰੀ, ਇੱਕ ਵੀ ਸੁਰੱਖਿਆ ਗੱਡੀ, ਇੱਕ ਵੀ ਜੈਮਰ ਵਾਲੀ ਗੱਡੀ ਅਸੀਂ ਵਾਪਸ ਨਹੀਂ ਲਈ, ਸਿਰਫ ਤੇ ਸਿਰਫ ਇਸ ਗੱਲ ਦਾ ਬੇਸ ਬਣਾ ਕੇ ਕਿ ਸਿਕਿਉਰਿਟੀ ਵਾਪਸ ਲਈ ਜਾ ਰਹੀ ਹੈ। ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਸਾਰੇ ਰਾਹ ਜਿਹੜੇ ਉਹ ਪੱਧਰੇ ਨਹੀਂ ਰਹੇ। ਹੁਣ ਉਹਨਾਂ ਰਾਹਾਂ ਦੇ ਵਿੱਚ ਫਿਰ ਇੱਕ ਵਾਰ ਟੋਏ ਟਿੱਬੇ ਆ ਗਏ ਆ ਕਿਉਂਕਿ ਮਾਮਲਾ ਉੱਡੇ ਦਾ ਉੱਡਾ ਖੜਾ। ਸੋ ਜਿਹੜਾ ਪੀੜਤ ਪਰਿਵਾਰ ਆ ਯਾਨੀ ਕਿ ਬਲਵੰਤ ਸਿੰਘ ਮੁਲਤਾਨੀ ਦਾ ਪਰਿਵਾਰ ਆ ਜਿਹੜਾ, ਉਹ ਇਸ ਗੱਲ ਦੀ ਮੰਗ ਕਰ ਰਿਹਾ ਕਿ ਸੈਣੀ ਨੂੰ ਗ੍ਰਿਫਤਾਰ ਕੀਤਾ ਜਾਵੇ, ਉਹਦੇ ਕੋਲੋਂ ਸੱਚ ਉਗਲਵਾਇਆ ਜਾਵੇ। ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਇਸ ਗੱਲ ਦੀ ਆਸ ਆ ਤੇ ਹੋਰ ਵੀ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਜਿਵੇਂ ਅਸੀਂ ਚਾਹੁੰਦੇ ਸ਼ਾਇਦ ਉਵੇਂ ਨਾ ਹੋਵੇ, ਕਿਉਂਕਿ ਉਹ ਸਾਬਕਾ DGP ਹੈ ਤੇ ਸਾਬਕਾ DGP ਦੇ ਖਿਲਾਫ ਉਹੋ ਜਿਹਾ ਹੀ ਰਸੂਖ ਹੋਊਗਾ, ਉਹੋ ਜਿਹਾ ਹੀ ਸਲੂਕ ਹੋਊਗਾ ਜਿਹੋ ਜਿਹਾ ਇੱਕ ਆਮ ਵਿਅਕਤੀ ਦੇ ਨਾਲ ਵਰਤਾਇਆ ਜਾਂਦਾ, ਜੋ ਵਿਹਾਰ ਇੱਕ ਆਮ ਵਿਅਕਤੀ ਨਾਲ ਕੀਤਾ ਜਾਂਦਾ ਹੈ। ਇਸ ਗੱਲ ਦੀ ਆਸ ਬਹੁਤ ਘੱਟ ਹੈ। ਬਾਕੀ ਜਦੋਂ ਥੈਲੀ ਦੇ ਵਿੱਚੋਂ ਬਿੱਲੀ ਬਾਹਰ ਆਈ ਉਦੋਂ ਸਾਰਾ ਕੁਝ ਆਪਣੇ ਆਪ ਪਤਾ ਲੱਗ ਜਾਣਾ। ਪਰ ਸੁਮੇਧ ਸੈਣੀ ਦਾ ਭੇਤ ਭਰੇ ਹਾਲਾਤ ਦੇ ਵਿੱਚ ਹੋਣਾ ਉਹ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਦਾ ਕਿ ਬੰਦੇ ਇਉਂ ਵੀ ਲੁਕ ਜਾਂਦੇ ਹੁੰਦੇ ਆ। ਸਾਡੀ ਪੁਲਿਸ ਤਾਂ ਇਹ ਗੱਲ ਕਹਿੰਦੀ ਆ ਗੈਂਗਸਟਰ ਅਸੀਂ 1 ਮਿੰਟ 'ਚ ਫੜ ਲੈਂਦੇ ਆ। ਸਾਡੀ ਪੁਲਿਸ ਇਹ ਗੱਲ ਕਹਿੰਦੀ ਹੈ ਝਪਟ ਮਾਰਾਂ ਨੂੰ ਅਸੀਂ ਬਖਸ਼ਦੇ ਨਹੀਂ। ਸਾਡੀ ਪੁਲਿਸ ਕਹਿੰਦੀ ਹੈ ਕਿ ਸਮਾਜ ਵਿਰੋਧੀ ਅਨਸਰ ਤਾਂ ਅਸੀਂ ਅੜਿੱਕੇ ਲੈ ਹੀ ਲੈਣਾ ਹੁੰਦਾ। ਤਾਂ ਫਿਰ ਇੱਕ ਸਾਬਕਾ DGP ਨਹੀਂ ਲੱਭ ਰਿਹਾ, ਉਹ ਬੰਦਾ ਜਿਹਦੇ ਕੋਲ Z ਸਿਕਿਉਰਿਟੀ ਰਹੀ ਆ ਉਹ ਨਹੀਂ ਲੱਭ ਰਿਹਾ। ਉਹ ਬੰਦਾ ਜਿਹੜਾ ਕਿ ਬਾਹਰ ਉਹਨਾਂ ਦੇ ਗੇਟ ਦੇ ਵਿੱਚ ਗੱਡੀਆਂ ਖੜੀਆਂ ਪੁਲਿਸ ਦੀਆਂ ਤੇ ਉਹ ਭੇਸ ਬਦਲ ਕੇ ਨਿਕਲ ਜਾਂਦਾ ਤੇ ਉਹ ਬੰਦਾ ਇਸ ਵੇਲੇ ਨਹੀਂ ਲੱਭ ਰਿਹਾ। ਤੇ ਫਿਰ ਸਾਡੀ ਪੰਜਾਬ ਦੀ ਪੁਲਿਸ ਕਰਦੀ ਕੀ ਹੈ? ਸੋ ਉਹਨਾਂ ਪੁਲਿਸ ਕਰਮਚਾਰੀਆਂ ਦੇ ਉੱਤੇ ਕਿਹੜੀ ਗੱਲੋਂ ਕਾਰਵਾਈ ਨਹੀਂ ਹੁੰਦੀ ਜਿਹੜੇ ਕਿ ਉਹਦੀ ਸਿਕਿਉਰਿਟੀ ਦੇ ਵਿੱਚ ਲਾਏ ਗਏ ਸੀ? ਉਹਦੇ ਵਿੱਚ ਭਾਵੇਂ ਕੋਈ ਕਾਂਸਟੇਬਲ ਆ ਤੇ ਭਾਵੇਂ ਕੋਈ ਵੱਡਾ ਤੇ ਭਾਵੇਂ ਕੋਈ ਛੋਟਾ ਅਧਿਕਾਰੀ ਹੈ, ਉਹਨਾਂ ਦੀ ਵੀ ਨਲਾਇਕੀ ਹੈ ਇਸ ਮਾਮਲੇ ਦੇ ਵਿੱਚ। ਜੇਕਰ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਉਹ ਤਾਂ ਸਭ ਨੂੰ ਝਕਾਨੀ ਦੇ ਕੇ ਨਿਕਲ ਗਿਆ ਇਕੱਲਾ ਹੀ, ਤਾਂ ਫਿਰ ਸਿਕਿਉਰਿਟੀ ਕੀ ਕੰਮ ਕਰਨੀ ਸੀ? ਇਹਦਾ ਮਤਲਬ ਤਾਂ ਇਹ ਆ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਲੈ ਕੇ ਭੱਜੂਗਾ, ਕਿਸੇ ਨੂੰ ਵੀ ਵਰਗਲਾ ਕੇ ਕੋਈ ਨਿਕਲ ਜੂਗਾ। ਜਿਹੜੇ ਸਿਕਿਉਰਿਟੀ ਦੇ ਉੱਤੇ ਕਰਮਚਾਰੀ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਇੱਕ ਇੱਕ ਗਤੀਵਿਧੀ ਦੇ ਉੱਤੇ ਨਿਗਾਹ ਰੱਖਣੀ, ਕਿਹੜੇ ਪਾਸੇ ਨੂੰ ਬੰਦਾ ਜਾ ਰਿਹਾ, ਕੌਣ ਕਿਹਨੂੰ ਮਿਲ ਰਿਹਾ, ਕਿੰਨੇ ਵਜੇ ਮਿਲ ਰਿਹਾ, ਕੀ ਕੁਝ ਹੋ ਰਿਹਾ। ਸੋ ਇਹਦਾ ਮਤਲਬ ਇਹ ਹੈ ਕਿ ਸਾਰਾ ਕੁਝ ਪਰੇ ਕਰਕੇ ਤੇ ਸੁਮੇਧ ਸੈਣੀ ਦਾ ਜਿਵੇਂ ਜੀ ਕੀਤਾ ਉਵੇਂ ਨਿਕਲ ਗਿਆ। ਸੋ ਇਸ ਮਾਮਲੇ ਦੇ ਉੱਤੇ ਸਵਾਲ ਆਉਂਦੇ ਸਮੇਂ 'ਚ ਬਹੁਤ ਸਾਰੇ ਖੜੇ ਹੋ ਸਕਦੇ ਆ, ਪਰ ਇਹਨਾਂ ਸਵਾਲਾਂ ਦੇ ਵੱਲ ਕਿਸੇ ਨੇ ਗੌਰ ਨਹੀਂ ਕਰਨੀ ਕਿਉਂਕਿ ਇਹਦੇ ਨਾਲ ਆਪਣੇ ਕਈ ਹੋਰ ਉਲਝਣ ਦੇ ਵਿੱਚ ਫਸ ਜਾਣੇ ਆ। ਤੇ ਇਸ ਵਕਤ ਸਾਰੇ ਦਾ ਸਾਰਾ ਧਿਆਨ ਆਪਣਿਆਂ ਨੂੰ ਉਲਝਣ ਦੇ ਵਿੱਚੋਂ ਕੱਢਣ ਦੇ ਵੱਲ ਲੱਗਾ ਹੋਇਆ, ਸੱਚੀ ਮੁੱਚੀ ਨਿਤਾਰਾ ਕਰਨ ਦੇ ਵੱਲ ਨਹੀਂ।
ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਫਵਾਹਾਂ ਫੈਲਾਉਣ ਦੇ ਕਰਕੇ ਕਾਰਵਾਈ ਦਾ ਸਿਲਸਿਲਾ ਸ਼ੁਰੂ ਹੋਇਆ, ਇਹ ਕਾਰਵਾਈ ਆਪਣੀ ਥਾਂ ਦੇ ਉੱਤੇ ਵਾਜਬ ਵੀ ਆ, ਗੈਰ ਵਾਜਬ ਨਹੀਂ, ਕਿਉਂਕਿ ਲੋਕਾਂ ਨੇ ਬਹੁਤ ਸਾਰੀਆਂ ਮਨਆਈਆਂ ਕੀਤੀਆਂ। ਫਲਾਣੀ ਥਾਂ ਤੋਂ ਅੰਗ ਕੱਢ ਲਏ ਗਏ ਹਨ, ਫਲਾਣੀ ਥਾਂ ਦੇ ਉੱਤੇ ਜ਼ਹਿਰ ਦਾ ਟੀਕਾ ਲਾ ਕੇ ਬੰਦਾ ਮਾਰ ਦਿੱਤਾ ਗਿਆ ਹੈ, ਸਾਡੇ ਮਰੀਜ਼ ਨੂੰ ਤਾਂ ਸਾਡੇ ਸਾਹਮਣੇ ਹੀ ਇਸ ਤਰੀਕੇ ਨਾਲ ਕਰ ਦਿੱਤਾ ਗਿਆ ਹੈ। ਇੱਦਾਂ ਦੀਆਂ ਖਬਰਾਂ ਆਈਆਂ। ਬਹੁਤ ਸਾਰੇ ਸੁਨੇਹੇ ਜਿਹੜੇ ਮੇਰੇ ਕੋਲ ਵੀ ਤੇ ਸ਼ਾਇਦ ਤੁਹਾਡੇ ਕੋਲੇ ਵੀ ਪਹੁੰਚੇ ਹੋਣ, ਕੋਈ ਆਡੀਓ ਕਲਿੱਪ ਦੇ ਰੂਪ ਦੇ ਵਿੱਚ ਹੈ ਤੇ ਕੋਈ ਹੋਰ ਦੋਸ਼ਾਂ ਦੇ ਰੂਪ ਦੇ ਵਿੱਚ ਪੋਸਟ ਆਈ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਫਲਾਣੇ ਹਸਪਤਾਲ ਦੇ ਵਿੱਚ ਬੰਦਾ ਮਾਰ ਦਿੱਤਾ ਗਿਆ, ਸਿਹਤ ਕਰਮਚਾਰੀਆਂ ਨੇ ਅੰਗ ਕੱਢ ਲਏ ਹਨ, ਇਹ ਕਿਡਨੀ ਕਾਰੋਬਾਰ ਚੱਲ ਰਿਹਾ ਕਰੋਨਾ ਪੀੜਤਾਂ ਦੇ ਨਾਂ ਦੇ ਉੱਤੇ। ਇਹਨਾਂ ਗੱਲਾਂ ਦੇ ਵਿੱਚ ਤੱਥ ਨਹੀਂ ਸੀ, ਤੇ ਜਿਹੜੀ ਗੱਲ ਦੇ ਵਿੱਚ ਤੱਥ ਨਾ ਹੋਵੇ ਤੇ ਉਸ ਗੱਲ ਦੇ ਉੱਤੇ ਯਕੀਨ ਬਿਲਕੁਲ ਨਹੀਂ ਕਰਨਾ ਬਣਦਾ। ਮੈਂ ਤਾਂ ਨਹੀਂ ਕਰਦਾ। ਸੋ ਇਸ ਕਰਕੇ ਬੇਨਤੀ ਮੇਰੀ ਇਹ ਹੈ ਕਿ ਮੈਨੂੰ ਵੀ ਨਾ ਇਹੋ ਜਿਹੀਆਂ ਪੋਸਟਾਂ ਭੇਜੀਆਂ ਜਾਣ ਜਿਹਦੇ ਵਿੱਚ ਕੋਈ ਤੱਥ ਨਾ ਹੋਵੇ, ਕਿਉਂਕਿ ਮੈਂ ਜਦੋਂ ਬਾਅਦ ਦੇ ਵਿੱਚ ਕਹਿਣਾ ਵੀਰੇ ਇਸ ਗੱਲ ਨੂੰ ਮੇਰੇ ਕੋਲੇ ਨਾ ਸਾਂਝੀ ਕਰਿਆ ਕਰੋ, ਇਹ ਤਾਂ ਗੱਲ ਬਿਲਕੁਲ ਝੂਠੀ ਹੈ, ਫਿਰ ਅੱਗੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਇਉਂ ਹੀ ਆਈ ਸੀ। ਜੇਕਰ ਤੁਹਾਨੂੰ ਇਉਂ ਆਈ ਸੀ, ਜਿਨ੍ਹਾਂ ਨੇ ਵੀ ਭੇਜੀ ਆ ਉਹਨਾਂ ਨੂੰ ਰੋਕੋ ਤੇ ਅੱਗੇ ਇਹਨੂੰ ਬਿਲਕੁਲ ਨਹੀਂ ਫੈਲਾਉਣਾ ਚਾਹੀਦਾ, ਕਿਉਂਕਿ ਇਹ ਸਾਰਾ ਕੁਝ ਗੈਰ ਕਾਨੂੰਨੀ ਹੈ। ਅਸੀਂ ਬਹੁਤ ਕੁਝ ਕਹਿ ਸਕਦੇ ਹਾਂ, ਇਹ ਸਾਡੀ ਬੋਲਣ ਦੀ ਆਜ਼ਾਦੀ ਹੈ, ਲਿਖਣ ਦੀ ਆਜ਼ਾਦੀ ਹੈ, ਪਰ ਇੱਕ ਮਰਿਆਦਾ ਦੇ ਮੁਤਾਬਕ, ਇੱਕ ਸਬੂਤਾਂ ਦੇ ਮੁਤਾਬਕ ਵੀ ਗੱਲ ਕਰਨਾ ਸਮੇਂ ਦੀ ਜ਼ਰੂਰਤ ਹੈਗੀ ਹੈ। ਸੋ ਇੱਕ ਨੰਬਰਦਾਰ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ, ਜਿਹਨੇ ਇਹ ਗੱਲ ਕਹੀ ਸੀ ਕਿ ਰਜਿੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਅੰਗ ਕੱਢੇ ਗਏ ਆ, ਜਿਹਨੇ ਇੱਕ ਵੀਡੀਓ ਬਣਾ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਊਗਾ ਜਿਹਦੇ ਵੱਲੋਂ ਅੰਗ ਕੱਢਣ ਦੀਆਂ ਖਬਰਾਂ ਨੂੰ ਐਵੇਂ ਹੀ ਵਾਇਰਲ ਕਰ ਦਿੱਤਾ ਗਿਆ, ਜਿਹਦੇ ਵੱਲੋਂ ਲੋਕਾਂ ਦੇ ਮਨ ਦੇ ਵਿੱਚ ਭਰਮ ਭੁਲੇਖੇ ਪੈਦਾ ਕੀਤੇ ਗਏ। ਇਹ ਉਹ ਵੇਲਾ ਪੰਜਾਬ ਦੇ ਵਿੱਚ ਜਦੋਂ ਸਿਹਤ ਵਿਭਾਗ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਸੰਤੁਸ਼ਟੀ ਨਹੀਂ ਆ। ਇੱਕ ਪਾਸੇ ਤਾਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤਸੱਲੀਜਨਕ ਨਹੀਂ, ਤੇ ਦੂਜੇ ਪਾਸੇ ਅਸੀਂ ਅੱਗ ਲਾਉਣ ਦੀ ਕੋਸ਼ਿਸ਼ ਕਰੀਏ ਜੀ ਕਿ ਉੱਥੇ ਐਂ ਕਰ ਲਿਆ ਗਿਆ, ਇੱਧਰ ਐਂ ਕਰ ਲਿਆ ਗਿਆ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਫਸੇ ਹੋਏ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਵਹਿਮ ਪਾਉਣਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਹੋਰ ਸਤਾਉਣਾ ਚਾਹੁੰਦੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਰੋਨਾ ਸੰਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਠੱਲ ਪਾਉਣ ਦੇ ਲਈ ਤੇ ਅਜਿਹਾ ਕਰਨ ਵਾਲਿਆਂ ਦੇ ਉੱਤੇ ਲਗਾਤਾਰ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਜੱਟਪੁਰਾ ਪਿੰਡ ਦੇ ਵਿੱਚ ਨੰਬਰਦਾਰ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਖਿਲਾਫ ਮਨੁੱਖੀ ਅੰਗਾਂ ਦੀ ਤਸਕਰੀ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਝੂਠੀ ਤੇ ਇਤਰਾਜ਼ਯੋਗ ਪੋਸਟ ਅਪਲੋਡ ਕਰਨ ਤੇ ਕਰੋਨਾ ਸੰਬੰਧੀ ਅਫਵਾਹਾਂ ਫੈਲਾਉਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਅਜਿਹੇ ਵਿਅਕਤੀਆਂ ਕਰਕੇ ਨਾ ਸਿਰਫ ਆਮ ਲੋਕਾਂ ਦੇ ਵਿੱਚ ਮਹਾਮਾਰੀ ਪ੍ਰਤੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ, ਸਗੋਂ ਮਹਾਮਾਰੀ ਨੂੰ ਰੋਕਣ ਵਾਸਤੇ ਸੂਬੇ ਦੀਆਂ ਕੋਸ਼ਿਸ਼ਾਂ ਨੂੰ ਢਾਹ ਵੀ ਲੱਗ ਰਹੀ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਉਰਫ ਦੀਪਾ ਦੇ ਤੌਰ ਦੇ ਉੱਤੇ ਹੋਈ ਹੈ। ਉਹਦੇ ਖਿਲਾਫ 7/9/2020 ਨੂੰ ਥਾਣਾ ਹਠੂਰ ਦੇ ਵਿਖੇ FIR ਦਰਜ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮਨਦੀਪ ਨੇ ਆਪਣੇ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਇੱਕ ਪੋਸਟ ਅਪਲੋਡ ਕੀਤੀ ਸੀ, ਜਿਹਦੇ ਵਿੱਚ ਉਸ ਨੇ ਰਜਿੰਦਰਾ ਹਸਪਤਾਲ ਪਟਿਆਲਾ ਬਾਰੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਸਨ ਤੇ ਇਸ ਨੂੰ ਮਨੁੱਖੀ ਅੰਗਾਂ ਦੀ ਤਸਕਰੀ ਦਾ ਕੇਂਦਰ ਦੱਸਦਿਆਂ ਬੇਬੁਨਿਆਦ ਇਲਜ਼ਾਮ ਲਾਇਆ ਕਿ ਉੱਥੇ ਟੀਕੇ ਲਾ ਕੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੇ ਕਬੂਲਿਆ ਕਿ ਉਸਨੇ ਹਫੜਾ ਦਫੜੀ ਦੇ ਵਿੱਚ ਜਜ਼ਬਾਤੀ ਹੋ ਕੇ ਇਹ ਪੋਸਟ ਅਪਲੋਡ ਕੀਤੀ ਸੀ, ਕਿਉਂਕਿ ਹਾਲ ਹੀ ਦੇ ਵਿੱਚ ਉਸ ਦੇ ਚਾਚੇ ਉਸ ਦੇ ਪਿੰਡ ਦੇ ਸਰਪੰਚ ਦੀ ਮੌਤ ਕਰੋਨਾ ਕਰਕੇ ਹੋਈ ਹੈ। ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ DGP ਨੂੰ ਨਿਰਦੇਸ਼ ਦਿੱਤੇ ਸਨ ਕਿ ਮਹਾਮਾਰੀ ਬਾਰੇ ਲੋਕਾਂ ਦੇ ਵਿੱਚ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਸਾਰੀਆਂ ਅਫਵਾਹਾਂ ਤੇ ਵੈੱਬ ਚੈਨਲਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦੇ ਕਿਹਾ ਕਿ ਪੋਸਟ ਅਪਲੋਡ ਕਰਨ ਦੇ ਲਈ ਵਰਤਿਆ ਗਿਆ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਤੇ ਸਾਰੇ ਤੱਥਾਂ ਦਾ ਪਤਾ ਲਾਉਣ ਤੇ ਉਹਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰੀਕੇ ਨਾਲ ਇੱਕ ਵੱਖਰੇ ਕੇਸ ਦੇ ਵਿੱਚ ਜਲੰਧਰ ਦੀ ਪੁਲਿਸ ਨੇ ਇੱਕ ASI ਦੇ ਪੁੱਤਰ ਸਣੇ 10 ਵਿਅਕਤੀਆਂ ਦੇ ਖਿਲਾਫ ਨਾਈਟ ਕਰਫਿਊ ਦੀ ਪਾਬੰਦੀ ਦੌਰਾਨ ਪਾਰਟੀ ਕਰਨ ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਤਹਿਤ ਤੇ ਆਦਮਪੁਰ ਦੇ ਇੱਕ ਰੈਸਟੋਰੈਂਟ ਦੇ ਮਾਲਕ ਦੇ ਖਿਲਾਫ FIR ਦਰਜ ਕੀਤੀ ਹੈ ਤੇ ਰੈਸਟੋਰੈਂਟ ਨੂੰ ਵੀ ਸੀਲ ਕਰ ਦਿੱਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਇਹ ਸਾਡੀ ਆਦਤ ਹੈ ਤੇ ਆਦਤ ਬਹੁਤ ਮਾੜੀ ਹੈ ਕਿ ਅਸੀਂ ਕਿਸੇ ਵੀ ਗੱਲ ਦੀ ਪੜਤਾਲ ਕਰੇ ਤੋਂ ਬਿਨਾਂ ਅੱਗੇ ਤੋਂ ਅੱਗੇ ਸੰਦੇਸ਼ ਵਾਹਕ ਦੇ ਤੌਰ ਦੇ ਉੱਤੇ ਵਿਚਰਦੇ ਹਾਂ ਤੇ ਉਸ ਗੱਲ ਨੂੰ ਡਾਕੀਏ ਦੇ ਵਾਂਗੂ ਅੱਗੇ ਤੋਂ ਅੱਗੇ ਪਹੁੰਚਾਉਣ ਦਾ ਕੰਮ ਕਰਦੇ ਹਾਂ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ, ਕਿਉਂਕਿ ਸਾਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਅਧਿਕਾਰ ਤਾਂ ਹੈਗਾ, ਪਰ ਇਹ ਵੀ ਗੱਲ ਜ਼ਰੂਰ ਆ ਕਿ ਗੱਲ ਸੱਚੀ ਵੀ ਹੋਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਕਿ ਜੇਕਰ ਸਾਨੂੰ ਬੋਲਣ ਤੇ ਲਿਖਣ ਦੀ ਆਜ਼ਾਦੀ ਮਿਲ ਗਈ ਹੈ ਤਾਂ ਅਸੀਂ ਕੁਝ ਵੀ ਕਰੀਏ। ਮੈਨੂੰ ਨਿੱਜੀ ਤੌਰ ਦੇ ਉੱਤੇ ਕਈ ਲੋਕਾਂ ਨੇ ਕਿਹਾ ਜੀ ਕਿ ਅੰਗਾਂ ਦੀ ਤਸਕਰੀ ਹੋ ਰਹੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਇਹ ਸੁਣਿਆ, ਪਰ ਮੈਨੂੰ ਸਬੂਤ ਦਿਓ ਕਿ ਆਹ ਭਾਈ ਫਲਾਣੀ ਥਾਂ ਦੇ ਉੱਤੇ ਹੋਇਆ। ਉਹ ਕਹਿੰਦੇ ਜੀ ਅਸੀਂ ਵੀ ਅੱਗੋਂ ਸੁਣਿਆ, ਤੇ ਇਹ ਜਿਹੜੀ ਗੱਲ ਹੈ ਨਾ ਕਿ ਅਸੀਂ ਅੱਗੋਂ ਸੁਣਿਆ, ਅਸੀਂ ਅੱਗੋਂ ਸੁਣਿਆ, ਅਸੀਂ ਅੱਗੋਂ ਸੁਣਿਆ, ਇਸ ਚੱਕਰ ਦੇ ਵਿੱਚ ਖਤਾ ਅਸੀਂ ਖਾ ਜਾਂਦੇ ਹਾਂ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਵੱਧ ਰਹੀ ਹੈ।
ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਖੁੱਲ੍ਹੀਆਂ ਰਿਆਇਤਾਂ ਵੀ ਦੇ ਦਿੱਤੀਆਂ ਗਈਆਂ। ਲੋਕਡਾਊਨ ਸਿਰਫ ਐਤਵਾਰ ਦਾ ਹੋਊਗਾ। ਇਹ ਗੱਲ ਬਿਲਕੁਲ ਚਿੱਥ ਕੇ ਕਹਿਣੀ ਚਾਹੀਦੀ ਹੈ। ਇਹ ਗੱਲ ਬਿਲਕੁਲ ਸੱਚੀ ਹੈ ਕਿ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਸਿਹਤ ਮਹਿਕਮਾ ਉਸ ਪੱਧਰ ਦੇ ਉੱਤੇ ਕਰੋਨਾ ਤੇ ਕਾਬੂ ਨਹੀਂ ਪਾ ਸਕਿਆ। ਆਪਣੀਆਂ ਅਣਗਹਿਲੀਆਂ ਦੇ ਕਰਕੇ ਵੀ ਤੇ ਲੋਕਾਂ ਦੀਆਂ ਅਣਗਹਿਲੀਆਂ ਦੇ ਕਰਕੇ ਵੀ ਇਹਦੇ ਤੇ ਕਾਬੂ ਪਾਇਆ ਜਾ ਸਕਦਾ ਸੀ, ਪਰ ਅਸੀਂ ਸਾਰੇ ਇੱਕੋ ਜਿਹੇ ਹਾਂ। ਲੋਕ ਸਰਕਾਰਾਂ ਨੂੰ ਉਲਾਂਭਾ ਦਿੰਦੇ ਆ, ਸਰਕਾਰ ਲੋਕਾਂ ਨੂੰ ਉਲਾਂਭਾ ਦਿੰਦੀ ਹੈ, ਕਿਉਂਕਿ ਇੱਕ ਦੂਜੇ ਦੇ ਉੱਤੇ ਦੋਸ਼ ਮੜ ਕੇ ਅਸੀਂ ਖੁਦ ਨੂੰ ਸੁਰਖਰੂ ਮਹਿਸੂਸ ਕਰਦੇ ਹਾਂ। ਜਦ ਕਿ ਅਸੀਂ ਵੀ ਉਹਨੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਤੇ ਸਰਕਾਰ ਨੇ ਵੀ ਲੋਕਡਾਊਨ ਦੇ ਸਮੇਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਵਧੀਆ ਪੁਖਤਾ ਪ੍ਰਬੰਧ ਨਹੀਂ ਕੀਤੇ। ਕੋਈ ਦਵਾਈ ਬੂਟੀ ਦਾ, ਕੋਈ ਡਾਕਟਰਾਂ ਦਾ, ਕੋਈ ਬੈੱਡਾਂ ਦਾ, ਕੋਈ ਵੈਂਟੀਲੇਟਰਾਂ ਦਾ, ਕੋਈ ਸਾਫ਼ ਸਫਾਈ ਦਾ, ਕੋਈ ਚੰਗੇ ਗੁਸਲਖਾਨਿਆਂ ਦਾ ਪ੍ਰਬੰਧ ਨਹੀਂ ਕੀਤਾ, ਜਿਹਦੇ ਕਰਕੇ ਲੋਕਾਂ ਦੇ ਮਨਾਂ ਵਿੱਚ ਬੇਭਰੋਸਗੀ ਪੈਦਾ ਹੋਈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਪੰਜਾਬ ਦੇ MLA ਜਿਹੜੇ ਕਰੋਨਾ ਪੀੜਤ ਹੋਏ, ਜਿਹੜੇ ਪੰਜਾਬ ਦੇ ਮੰਤਰੀ ਕਰੋਨਾ ਪੀੜਤ ਹੋਏ, ਜਿਹੜੇ ਪੰਜਾਬ ਦੇ ਵਿੱਚ ਸੀਨੀਅਰ ਅਧਿਕਾਰੀ ਕਰੋਨਾ ਪੀੜਤ ਹੋਏ, ਪੰਜਾਬ ਦੇ ਵਿੱਚ VVIP ਲੋਕ ਕਰੋਨਾ ਪੀੜਤ ਹੋਏ, ਉਹਨਾਂ ਨੂੰ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਉਣਾ ਚਾਹੀਦਾ ਸੀ। ਕਿਉਂਕਿ ਜੇਕਰ ਉਹ ਭਰਤੀ ਹੋ ਜਾਂਦੇ ਖੁਦ ਤਾਂ ਲੋਕਾਂ ਦੇ ਮਨਾਂ ਵਿਚਲਾ ਭਰਮ ਨਿਕਲ ਜਾਣਾ ਸੀ ਕਿ ਇਹ ਹਸਪਤਾਲ ਇੰਨੇ ਚੰਗੇ ਆ, ਦੇਖੋ ਸੀਨੀਅਰ ਅਧਿਕਾਰੀ ਵੀ ਇੱਥੇ ਆਏ ਆ, ਦੇਖੋ ਮੰਤਰੀ ਵੀ ਇੱਥੇ ਭਰਤੀ ਹੈ। ਉਸੇ ਥਾਂ ਦੇ ਉੱਤੇ ਮੰਤਰੀ ਭਰਤੀ ਹੁੰਦਾ, ਉਸੇ ਥਾਂ ਤੇ ਰਿਕਸ਼ਾ ਚਾਲਕ ਭਰਤੀ ਹੁੰਦਾ, ਗੱਲ ਤਾਂ ਬਣਦੀ, ਲੋਕਾਂ ਦੇ ਮਨਾਂ ਦੇ ਵਿੱਚ ਭਰੋਸਾ ਤਾਂ ਪੈਦਾ ਹੋਣਾ ਸੀ। ਪਰ ਜਦੋਂ ਮੰਤਰੀ ਸੰਤਰੀ ਬਿਮਾਰ ਹੁੰਦੇ ਆ, ਉਹ ਕਹਿੰਦੇ ਜੀ ਅਸੀਂ ਨਿੱਜੀ ਹਸਪਤਾਲ 'ਚ ਦਾਖਲ ਹੁੰਦੇ ਆ ਤੇ ਮਾਤੜ ਲੋਕਾਂ ਨੂੰ ਕਿਹਾ ਜਾਂਦਾ ਜੀ ਤੁਹਾਡੇ ਵਾਸਤੇ ਸਰਕਾਰੀ ਹਸਪਤਾਲ ਬਹੁਤ ਵਧੀਆ। ਲੋਕਾਂ ਦੇ ਮਨਾਂ ਦੇ ਵਿੱਚ ਇਸ ਕਰਕੇ ਵੀ ਬੇਭਰੋਸਗੀ ਪੈਦਾ ਹੋਈ ਹੈ। ਸੋ ਸਾਰੀਆਂ ਗੱਲਾਂ ਦੇ ਕਈ ਪੱਖ ਹੈਗੇ ਆ, ਪਰ ਇਸ ਪੱਖ ਨੂੰ ਵੀ ਆਪਾਂ ਨਕਾਰ ਨਹੀਂ ਸਕਦੇ। 2017 ਦੀ 1 ਜੁਲਾਈ ਨੂੰ ਮਾਝੇ ਦੇ ਪਿੰਡ ਮਹਿਤਾ ਦੇ 8 ਜਾਣੇ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਉੱਤੇ ਜਾਂਦੇ ਆ। 7 ਜਾਣੇ ਇੱਕ ਇਨੋਵਾ ਗੱਡੀ ਨੂੰ ਕਿਰਾਏ ਦੇ ਉੱਤੇ ਲੈਂਦੇ ਆ ਤੇ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੰਦੇ ਆ। ਉਹਨਾਂ ਨੇ 6 ਜਾਂ 7 ਨੂੰ ਵਾਪਸ ਆਉਣਾ ਸੀ, ਪਰ 6 ਤਰੀਕ ਤੋਂ ਬਾਅਦ ਕਿਸੇ ਦਾ ਫੋਨ ਨੰਬਰ ਨਹੀਂ ਮਿਲਿਆ, ਨਾ ਕਿਸੇ ਨੂੰ ਟੱਲੀ ਖੜਕੀ ਤੇ ਨਾ ਉਧਰੋਂ ਟੱਲੀ ਵੱਜੀ। ਉਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ, ਪੁਲਿਸ ਨੇ ਕੰਮ ਨਹੀਂ ਕੀਤਾ। ਫਿਰ ਉਹ ਗੋਬਿੰਦ ਘਾਟ ਦੇ ਵਿੱਚ ਗਏ, ਉੱਥੇ ਉਹਨਾਂ ਨੂੰ ਉਹ ਇਨੋਵਾ ਗੱਡੀ ਮਿਲ ਗਈ ਜਿਹਦੇ ਵਿੱਚ ਉਹ ਗਏ ਸੀਗੇ ਸਾਰੇ ਸ਼ਰਧਾਲੂ ਜਾਣੀ ਕਿ, ਤੇ ਉਹ ਹਾਦਸਾਗ੍ਰਸਤ ਗੱਡੀ ਖੜੀ ਸੀ। ਉੱਥੋਂ 2 ਕੁ ਜਣਿਆਂ ਦੇ ਪਤਾ ਲੱਗਾ ਜੀ ਕਿ ਆਧਾਰ ਕਾਰਡ ਮਿਲ ਗਏ, ਪਰ ਨਾ ਤਾਂ ਉਹਨਾਂ ਦੀਆਂ ਲਾਸ਼ਾਂ ਮਿਲੀਆਂ, ਨਾ ਹੀ ਉਹਨਾਂ ਦੇ ਬਟੂਏ ਮਿਲੇ, ਨਾ ਹੀ ਉਹਨਾਂ ਦੇ ਮੋਬਾਈਲ ਫੋਨ ਮਿਲੇ, ਤੇ ਨਾ ਹੀ ਇਸ ਮਾਮਲੇ ਦੇ ਉੱਤੇ ਕੁਝ ਹੋਰ ਪਤਾ ਲੱਗਾ। ਸੋ ਉੱਤਰਾਖੰਡ ਦੀ ਤੇ ਪੰਜਾਬ ਦੀ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਕੋਈ ਸੁਣਵਾਈ ਨਹੀਂ ਕੀਤੀ, ਨਾ ਹੀ ਕੋਈ ਇਸ ਮਾਮਲੇ ਦੀ ਪੈਰਵੀ ਕੀਤੀ, ਜਿਹਦੇ ਕਰਕੇ ਮਜਬੂਰੀ ਦੇ ਵਿੱਚ ਪੀੜਤ ਪਰਿਵਾਰ ਆ ਜਿਹੜਾ ਕਿਰਪਾਲ ਸਿੰਘ ਦਾ, ਉਹਨੇ ਜਾ ਕੇ ਉੱਤਰਾਖੰਡ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਜਦੋਂ ਉੱਤਰਾਖੰਡ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਉਹਨੇ CBI ਨੂੰ ਜਾਂਚ ਸੌਂਪਦੀ। ਹੁਣ CBI ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸੋਚਣਾ ਵਿਚਾਰਨਾ ਇਹ ਬਣਦਾ ਕਿ ਉਹਨਾਂ ਲੋਕਾਂ ਦੇ ਸਰੀਰ ਕਿੱਥੇ ਗਏ, ਸੋਚਣਾ ਵਿਚਾਰਨਾ ਇਹ ਬਣਦਾ ਕਿ ਉਹਨਾਂ ਲੋਕਾਂ ਦੀਆਂ ਨਿਸ਼ਾਨੀਆਂ ਕਿੱਥੇ ਗਈਆਂ। ਹਾਦਸਾ ਹੋ ਗਿਆ, ਮੰਨ ਲਿਆ ਕਿ ਸਾਰੇ ਜਾਣੇ ਮੁੱਕ ਗਏ, ਪਰ ਪਤਾ ਤਾਂ ਲੱਗੇ ਵੀ ਇਸ ਮਾਮਲੇ ਦੇ ਪਿੱਛੇ ਕਾਰਨ ਕੀ ਹੈ, ਇਹਦੇ ਪਿੱਛੇ ਪੜਤਾਲ ਕਰਨੀ ਬਣਦੀ ਸੀ। CBI ਇਸ ਪੜਤਾਲ ਨੂੰ ਕਿਹੜੇ ਤਣ ਪੱਤਣ ਲਾਉਂਦੀ ਹੈ ਇਹ ਵਕਤ ਦੱਸੂਗਾ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਜੁਲਾਈ 2017 ਦੇ ਵਿੱਚ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ 8 ਸ਼ਰਧਾਲੂਆਂ ਦੇ ਲਾਪਤਾ ਹੋਣ ਦੀ CBI ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਚੱਲਦਿਆਂ CBI ਦੀ ਟੀਮ ਮਹਿਤਾ ਵਿਖੇ ਕਿਰਪਾਲ ਸਿੰਘ ਦੇ ਟੱਬਰ ਨੂੰ ਮਿਲਣ ਪਹੁੰਚੀ। ਇੱਥੇ ਟੱਬਰ ਦੇ ਬਿਆਨ ਦਰਜ ਕੀਤੇ ਗਏ ਨੇ। 1 ਜੁਲਾਈ 2017 ਨੂੰ ਮਹਿਤਾ ਚੌਂਕ ਤੋਂ ਇਨੋਵਾ ਕਿਰਾਏ ਦੇ ਉੱਤੇ ਲੈ ਕੇ ਡਰਾਈਵਰ ਸਮੇਤ 8 ਲੋਕ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਗਏ, ਜਿਨ੍ਹਾਂ ਨੇ 6 ਜੁਲਾਈ ਨੂੰ ਵਾਪਸ ਮੁੜਨਾ ਸੀ। ਇਹਨਾਂ ਦੇ ਵਿੱਚ ਮਹਿਤਾ ਵਾਸੀ ਕਿਰਪਾਲ ਸਿੰਘ, ਉਸ ਦੇ 2 ਭਤੀਜੇ, 2 ਅਮਰੀਕੀ ਨਾਗਰਿਕ ਡਰਾਈਵਰ ਤੇ 2 ਕਾਦੀਆਂ ਨੇੜਲੇ ਡੱਲੇ ਪਿੰਡ ਦੇ ਵਾਸੀ ਸਨ। ਡਰਾਈਵਰ ਨੂੰ ਛੱਡ ਕੇ ਬਾਕੀ ਸਾਰੇ ਹੀ ਕਰੀਬੀ ਰਿਸ਼ਤੇਦਾਰ ਸਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ 1 ਜੁਲਾਈ ਨੂੰ ਯਾਤਰਾ ਦੇ ਉੱਤੇ ਗਿਆਂ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ। 6 ਜੁਲਾਈ ਨੂੰ ਵਾਪਸ ਆਉਣ ਵਾਲੇ ਦਿਨ ਤੋਂ ਸਾਰਿਆਂ ਦੇ ਨਾਲ ਫੋਨ ਤੇ ਸੰਪਰਕ ਖਤਮ ਹੋ ਗਿਆ, ਜਿਸ ਕਰਕੇ ਚਿੰਤਾ ਹੋਈ ਤੇ ਉਹ ਉੱਤਰਾਖੰਡ ਗੋਬਿੰਦ ਘਾਟ ਗਏ। ਉਹਨਾਂ ਦੇ ਵੱਲੋਂ ਸਾਰਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਿਸ ਵੱਲੋਂ ਗੋਬਿੰਦ ਘਾਟ ਤੋਂ ਕੁਝ ਕਿਲੋਮੀਟਰ ਦੂਰ ਇਨੋਵਾ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ, ਪਰ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਪਛਾਣ ਪੱਤਰ, ਸਮਾਨ ਜਾਂ ਨਿਸ਼ਾਨੀਆਂ ਨਹੀਂ ਮਿਲੀਆਂ। ਉੱਤਰਾਖੰਡ ਪੁਲਿਸ ਵੱਲੋਂ ਲਾਪਤਾ ਇਨੋਵਾ ਦੀ ਹਾਦਸਾਗ੍ਰਸਤ ਹੋਣ ਦੀ ਕਾਰਵਾਈ ਕਰਕੇ ਕੇਸ ਬੰਦ ਕਰ ਦਿੱਤਾ ਗਿਆ। ਇਸ ਮਾਮਲੇ 'ਚ ਉੱਤਰਾਖੰਡ ਤੇ ਪੰਜਾਬ ਦੀ ਸਰਕਾਰ ਦੇ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਪਰਿਵਾਰ ਉੱਤਰਾਖੰਡ ਹਾਈ ਕੋਰਟ ਦੇ ਵਿੱਚ CBI ਜਾਂਚ ਦੀ ਮੰਗ ਕਰਨ ਪਹੁੰਚਿਆ ਤੇ CBI ਦੇ ਵੱਲੋਂ ਇਹ ਪੜਤਾਲ ਸ਼ੁਰੂ ਕੀਤੀ ਗਈ ਹੈ। CBI ਦੇ ਅਧਿਕਾਰੀ ਨੇ ਦੱਸਿਆ ਕਿ ਜੋ ਸਮਾਨ ਮਿਲਿਆ ਸੀ ਉਹਦੇ ਵਿੱਚ 2 ਆਧਾਰ ਕਾਰਡ ਤੇ 1 ਫੋਨ ਸੀ, ਜੋ ਇਸ ਘਟਨਾ ਵਿੱਚ ਲਾਪਤਾ ਹੋਏ ਹਰਪਾਲ ਸਿੰਘ ਦਾ ਸੀ। ਇਨੋਵਾ ਗੱਡੀ ਦਾ ਸਾਈਡ ਗਲਾਸ ਮਿਲਿਆ ਤੇ ਹੁਣ ਘਟਨਾ ਸਥਾਨ ਦੇ ਉੱਤੇ ਬਾਰਿਸ਼ ਕਰਕੇ ਪਹਾੜੀਆਂ ਖਿਸਕੀਆਂ ਹੋਈਆਂ ਨੇ। ਜਦੋਂ ਵੀ ਮਾਹੌਲ ਠੀਕ ਹੋਇਆ ਤਾਂ ਪੂਰੀ ਪੜਤਾਲ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਬੇਸ਼ੱਕ ਇਹ ਗੱਲ ਚਿੱਟੇ ਦਿਨ ਵਾਂਗੂ ਸਾਫ਼ ਹੋਵੇ ਕਿ ਉਹਨਾਂ 8 ਦੀ ਮੌਤ ਹੋ ਗਈ, ਮੰਨ ਲਿਆ ਕਿ ਉਹਨਾਂ ਦੇ ਨਾਲ ਕੋਈ ਵੀ ਹਾਦਸਾ ਵਾਪਰਿਆ ਤੇ ਉਹਨਾਂ 8 ਦੇ ਵਿੱਚੋਂ ਕੋਈ ਬਚਿਆ ਨਹੀਂ, ਪਰ ਉਹਨਾਂ ਦੀਆਂ ਦੇਹਾਂ ਕਿੱਥੇ ਆ, ਉਹਨਾਂ ਦੀਆਂ ਲਾਸ਼ਾਂ ਕਿੱਥੇ ਆ? ਸਵਾਲ ਤਾਂ ਇਹ ਵੀ ਹੈ ਕਿ ਉਹ ਸਾਰੇ ਪਾਣੀ ਦੇ ਵਿੱਚ ਰੁੜ ਗਏ ਆ। ਜੇ ਪਾਣੀ ਦੇ ਵਿੱਚ ਰੁੜ ਗਏ ਤਾਂ ਕਿਸੇ ਨੇ ਦੇਖਿਆ ਕਿਉਂ ਨਹੀਂ? ਕੀ ਉਹ ਵੇਲਾ ਰਾਤ ਦਾ ਸੀ? ਕੀ ਇਹਦੇ ਪਿੱਛੇ ਕੋਈ ਹੋਰ ਕਾਰਨ ਆ, ਕੋਈ ਸਾਜ਼ਿਸ਼ ਤਾਂ ਨਹੀਂ?
ਕੀ ਕਿਸੇ ਨੇ ਕੋਈ ਹਾਦਸਾ ਕੀਤਾ ਤਾਂ ਨਹੀਂ। ਇਹ ਬਹੁਤ ਸਾਰੇ ਸਵਾਲ ਆ ਜਿਹੜੇ ਕਿ ਨਾ ਤਾਂ ਉੱਤਰਾਖੰਡ ਦੀ ਸਰਕਾਰ ਨੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਪੰਜਾਬ ਦੀ ਸਰਕਾਰ ਨੇ ਇਸ ਮਾਮਲੇ ਦੀ ਪੈਰਵੀ ਕੀਤੀ, ਜਿਹਦੇ ਕਰਕੇ ਇਹ ਮਾਮਲਾ ਹੁਣ CBI ਦੇ ਕੋਲ ਚਲਾ ਗਿਆ। ਅਸੀਂ ਮੰਨਿਆ ਕਿ ਬਟੂਏ ਵੀ ਰੁੜ ਗਏ, ਅਸੀਂ ਮੰਨਿਆ ਕਿ ਕੋਈ ਮੋਬਾਈਲ ਵੀ ਚੱਕ ਕੇ ਲੈ ਗਿਆ, ਆਧਾਰ ਕਾਰਡ, ਬਾਕੀ ਸਾਰੇ ਸਬੂਤ ਨਾਮੋ ਨਿਸ਼ਾਨ ਖਤਮ ਕਰਤਾ, ਪਰ ਬੰਦੇ ਕਿੱਧਰ ਗਏ? ਮਰੇ ਹੋਏ ਬੰਦੇ ਵੀ ਨਹੀਂ ਲੱਭਦੇ। ਇਸ ਮਾਮਲੇ ਦੇ ਉੱਤੇ ਪੜਤਾਲ ਕਰਨੀ ਵੀ ਬਣਦੀ ਸੀ। ਦੇਰ ਆਏ ਦਰੁਸਤ ਆਏ CBI ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਤਣ ਪੱਤਣ ਲੱਗਣ ਵਾਲਾ ਸੁਰਾਗ ਤਾਂ ਲੱਭੇ, ਇਸ ਮਾਮਲੇ ਦੀ ਕੋਈ ਨਾ ਕੋਈ ਤੰਦ ਤਾਂ ਲੱਭੇ ਵੀ ਇਸ ਮਾਮਲੇ ਦੇ ਵਿੱਚ ਹੋਇਆ ਕੀ ਹੈ। ਸੋ ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਇਸ ਵਕਤ ਇਹੀ ਹੈ ਕਿ ਜੇਕਰ CBI ਇਸ ਮਾਮਲੇ ਦੀ ਸਹੀ ਤਰੀਕੇ ਨਾਲ ਪੜਤਾਲ ਕਰਕੇ ਰਿਪੋਰਟ ਪੇਸ਼ ਕਰ ਦਿੰਦੀ ਹੈ ਤਾਂ ਪੀੜਤ ਪਰਿਵਾਰਕ ਮੈਂਬਰਾਂ ਨੂੰ ਥੋੜਾ ਬਹੁਤਾ ਆਸਰਾ ਤਾਂ ਹੋਊਗਾ ਵੀ ਭਾਈ ਆਹ ਕਾਰਨ ਵਾਪਰਿਆ ਸੀ, ਇਹਦੇ ਕਰਕੇ ਸਾਡੇ ਟੱਬਰ ਦੇ ਜੀ ਚਲੇ ਗਏ ਆ, ਐਦਾਂ ਹੋਇਆ ਸੀ, ਐਦਾਂ ਨਹੀਂ ਹੋਇਆ। ਇਹਦੇ ਬਾਬਤ ਜੇਕਰ ਕੋਈ ਜਾਣਕਾਰੀ ਮਿਲ ਜੂਗੀ ਤਾਂ ਟੱਬਰ ਦੇ ਜੀਆਂ ਨੂੰ ਥੋੜੀ ਜਿਹੀ ਤਸੱਲੀ ਹੋ ਸਕਦੀ ਹੈ, ਹੋਰ ਤਾਂ ਇਹਦੇ ਵਿੱਚ ਕੁਝ ਹੋਣਾ ਨਹੀਂ। ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।